तुद आगै अरदास हमारी, जियो पिंड सब तेरा। कहो नानक सब तेरी वडियाई, कोई नाओ न जाने मेरा। ਆਪਾਂ ਅਰਦਾਸ ਦੀ ਵਿਚਾਰ ਕਰ ਰਹੇ ਹਾਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਜਿਨ੍ਹਾਂ ਨਾਮ ਜਪਿਆ ਉਹਨਾਂ ਬਾਰੇ ਵਿਚਾਰ ਆਪਾਂ ਕਰ ਚੁੱਕੇ ਹਾਂ। ਅੱਜ ਆਪਾਂ ਵਿਚਾਰ ਕਰਾਂਗੇ ਵੰਡ ਛਕਿਆ, ਭਾਵ ਜਿਨ੍ਹਾਂ ਨੇ ਵੰਡ ਕੇ ਛਕਿਆ ਉਹਨਾਂ ਬਾਰੇ ਵਿਚਾਰ ਕਰਾਂਗੇ। ਵਿਚਾਰ ਆਰੰਭ ਕਰਨ ਤੋਂ ਪਹਿਲਾਂ ਪਿਆਰ ਨਾਲ ਫਤਿਹ ਦੀ ਸਾਂਝ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੇਂ। ਕਿ ਗੁਰੂ ਪਾਤਸ਼ਾਹ ਦਾ ਜਿਹੜਾ ਸਿੱਖ ਵਾ ਉਹ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ ਹੈ, ਕਿਰਤ ਕਰਦਾ ਹੈ, ਵੰਡ ਛਕਦਾ ਹੈ। ਨਾਮ ਜਪਣਾ ਸਿੱਖੀ ਦਾ ਸਿਧਾਂਤ ਹੈ, ਕਿਰਤ ਕਰਨੀ ਸਿੱਖੀ ਦਾ ਸਿਧਾਂਤ ਹੈ, ਵੰਡ ਛਕਣਾ ਸਿੱਖੀ ਦਾ ਸਿਧਾਂਤ ਹੈ। ਸਿੱਖ ਇਤਿਹਾਸ ਵਿੱਚ ਬਹੁਤ ਸਾਰੀਆਂ ਗਵਾਹੀਆਂ ਮਿਲਦੀਆਂ ਨੇ, ਸਾਖੀਆਂ ਮਿਲਦੀਆਂ ਨੇ। ਗੁਰੂ ਸਾਹਿਬ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਉਸ ਸਮੇਂ ਦੀਆਂ ਵੀ, ਅਤੇ ਜੇ ਸਿੱਖ ਇਤਿਹਾਸ ਵੱਲ ਵੇਖੀਏ ਉਸ ਸਮੇਂ ਦੀਆਂ ਵੀ। ਖਡੂਰ ਸਾਹਿਬ ਦੀ ਗੱਲ ਹੈ, ਉਸ ਵੇਲੇ ਅਜੇ ਭਾਈ ਲਹਿਣਾ ਜੀ ਸਿੱਖ ਨਹੀਂ ਬਣੇ। ਭਾਈ ਛੀਆਂ ਉੱਪਰ ਇੱਕ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਹੈ। 3 ਦਿਨ ਹੋਏ ਉਸ ਨੂੰ ਕੋਈ ਦਿਹਾੜੀ ਨਹੀਂ ਮਿਲੀ, ਉਸ ਨੂੰ ਕੁਝ ਖਾਣ ਪੀਣ ਵਾਸਤੇ ਵੀ ਨਹੀਂ ਮਿਲਿਆ। ਚੌਥੇ ਦਿਨ ਦਿਹਾੜੀ ਮਿਲੀ। ਉਹ ਭਾਈ ਲਹਿਣਾ ਜੀ ਦੀ ਦੁਕਾਨ 'ਤੇ ਆਇਆ, ਉਸਨੇ ਪੈਸੇ ਦੇ ਕੇ ਆਟਾ ਖਰੀਦਿਆ। ਭਾਈ ਲਹਿਣਾ ਜੀ ਕਹਿਣ ਲੱਗੇ, ਜਿੰਨਾ ਕੁ ਆਟਾ ਤੂੰ ਖਰੀਦਿਆ ਵਾ ਇਸ ਦੇ ਨਾਲ ਤੇਰੀ 4 ਦਿਨਾਂ ਦੀ ਭੁੱਖ ਖਤਮ ਨਹੀਂ ਹੋਣੀ। ਇੱਕ ਬੁੱਕ ਭਰ ਕੇ ਹੋਰ ਆਟੇ ਦਾ ਦੇ ਦਿੱਤਾ। ਭਾਈ ਛੀਆਂ ਜੀ ਕਹਿਣ ਲੱਗੇ, ਨਹੀਂ ਮੈਂ ਓਨਾ ਹੀ ਆਟਾ ਖੜਨਾ ਵਾ ਜਿੰਨੇ ਮੈਂ ਪੈਸੇ ਦਿੱਤੇ ਆ, ਆਪਣਾ ਬਾਕੀ ਦਾ ਆਟਾ ਤੁਸੀਂ ਲੈ ਲਓ। ਭਾਈ ਛੀਆਂ ਜੀ ਆਪਣੇ ਘਰ ਆ ਗਏ। ਭਾਈ ਲਹਿਣਾ ਜੀ ਵੇਖ ਰਹੇ ਨੇ ਕਿ ਅੱਜ ਦੇਖਣਾ ਕਿ ਇੰਨੇ ਕੁ ਆਟੇ ਨਾਲ ਇਹ ਕਿਵੇਂ ਗੁਜ਼ਾਰਾ ਕਰਦਾ ਹੈ। ਮਗਰੇ ਆ ਗਏ ਨੇ। ਭਾਈ ਛੀਆਂ ਜੀ ਨੇ ਆਟਾ ਆਪਣੀ ਘਰਵਾਲੀ ਨੂੰ ਦਿੱਤਾ ਹੈ। ਉਹ ਪ੍ਰਸ਼ਾਦੇ ਤਿਆਰ ਕਰਨ ਲੱਗ ਪਈ। ਭਾਈ ਲਹਿਣਾ ਜੀ ਲੁਕ ਕੇ ਸਾਰਾ ਕੁਝ ਦੇਖ ਰਹੇ ਨੇ। ਜਦੋਂ 4 ਪ੍ਰਸ਼ਾਦੇ ਤਿਆਰ ਹੋ ਗਏ, ਕਿਸੇ ਛਕਣ ਲੱਗੇ ਨੇ, ਕਿਸੇ ਨੇ ਆਵਾਜ਼ ਦਿੱਤੀ, ਕਿਸੇ ਰਾਹੀ ਨੇ ਜਾਂ ਕਿਸੇ ਫਕੀਰ ਨੇ ਕਿ ਮੈਂ ਪ੍ਰਸ਼ਾਦਾ ਛਕਣਾ। ਭਾਈ ਛੀਆਂ ਜੀ ਨੇ 2 ਪ੍ਰਸ਼ਾਦੇ ਉਸ ਨੂੰ ਦੇ ਦਿੱਤੇ, 2 ਆਪਣੇ ਕੋਲ ਰਹਿ ਗਏ ਨੇ। ਜਦੋਂ ਉਸਨੇ 2 ਪ੍ਰਸ਼ਾਦੇ ਛਕ ਲਏ ਤੇ ਭਾਈ ਛੀਆਂ ਜੀ ਪੁੱਛਣ ਲੱਗੇ, ਹੋਰ ਪ੍ਰਸ਼ਾਦਾ ਚਾਹੀਦਾ? ਉਹ ਕਹਿੰਦਾ ਹਾਂ, ਇੱਕ ਹੋਰ ਚਾਹੀਦਾ। ਇੱਕ ਪ੍ਰਸ਼ਾਦਾ ਹੋਰ ਉਸ ਨੂੰ ਦੇ ਦਿੱਤਾ। ਉਹ 3 ਪ੍ਰਸ਼ਾਦੇ ਛਕ ਗਿਆ, ਪ੍ਰਸ਼ਾਦਾ ਕੋਲ ਇੱਕ ਰਹਿ ਗਿਆ। ਤੇ ਭਾਈ ਛੀਆਂ ਜੀ ਆਪਣੀ ਘਰਵਾਲੀ ਨੂੰ ਕਹਿਣ ਲੱਗੇ, ਕਹਿੰਦੇ ਛੋਟੀ ਜੀ ਬੱਚੀ ਤੇਰਾ ਨੀਰ ਚੁੰਘਦੀ ਹੈ, ਦੁੱਧ ਚੁੰਘਦੀ ਹੈ, ਤੇਰਾ ਖਾਣਾ ਖਾਣਾ ਜ਼ਿਆਦਾ ਜ਼ਰੂਰੀ ਹੈ, ਇਹ ਪ੍ਰਸ਼ਾਦਾ ਤੂੰ ਛਕ ਲੈ। ਘਰਵਾਲੀ ਅੱਗਿਓਂ ਕਹਿਣ ਲੱਗੀ, ਜੇ ਤੁਹਾਡੇ ਸਰੀਰ ਵਿੱਚ ਜਾਨ ਹੋਵੇਗੀ ਤਾਂ ਹੀ ਤੁਸੀਂ ਕੋਈ ਕੰਮ ਕਰੋਗੇ, ਤਾਂ ਹੀ ਦਿਹਾੜੀ 'ਤੇ ਜਾ ਕੇ ਕੰਮ ਕਰੋਗੇ। ਤੁਹਾਡਾ ਪ੍ਰਸ਼ਾਦਾ ਛਕਣਾ ਜਿਹੜਾ ਵਾ ਨਾ ਉਹ ਜ਼ਿਆਦਾ ਜ਼ਰੂਰੀ ਹੈ, ਇਹ ਤੁਸੀਂ ਪ੍ਰਸ਼ਾਦਾ ਛਕ ਲਵੋ। ਭਾਈ ਛੀਆਂ ਆਪਣੀ ਘਰਵਾਲੀ ਨੂੰ ਕਹਿ ਰਹੇ ਨੇ ਤੂੰ ਛਕ ਲੈ, ਘਰਵਾਲੀ ਅੱਗਿਓਂ ਕਹਿ ਰਹੀ ਨੇ ਤੁਸੀਂ ਛਕ ਲਓ। ਅਖੀਰ ਤੇ ਦੋਵਾਂ ਨੇ ਅੱਧਾ ਅੱਧਾ ਪ੍ਰਸ਼ਾਦਾ ਛਕ ਲਿਆ। ਭਾਈ ਲਹਿਣਾ ਜੀ ਸਭ ਕੁਝ ਦੇਖ ਰਹੇ ਨੇ ਤੇ ਸਾਰਾ ਕੁਝ ਦੇਖ ਕੇ ਕੋਲ ਆ ਗਏ। ਆਣ ਕੇ ਬੜੀ ਨਿਮਰਤਾ ਨਾਲ ਕਹਿਣ ਲੱਗੇ ਭਾਈ ਛੀਆਂ ਜੀ ਨੂੰ, ਕਹਿਣ ਲੱਗੇ ਇੰਨਾ ਸਬਰ ਕਿੱਥੋਂ ਮਿਲਿਆ, ਇੰਨਾ ਸੰਤੋਖ ਕਿੱਥੋਂ ਮਿਲਿਆ, ਇੰਨੀ ਚੰਗੀ ਸਿੱਖਿਆ ਤੁਹਾਨੂੰ ਕਿੱਥੋਂ ਮਿਲੀ? ਭਾਈ ਛੀਆਂ ਜੀ ਕਹਿਣ ਲੱਗੇ, ਇਹ ਚੰਗੀ ਸਿੱਖਿਆ ਸਾਨੂੰ ਗੁਰੂ ਨਾਨਕ ਸਾਹਿਬ ਦੇ ਕੋਲੋਂ ਮਿਲੀ, ਇਹ ਚੰਗੀ ਸਿੱਖਿਆ ਸਾਨੂੰ ਗੁਰੂ ਨਾਨਕ ਦੇ ਘਰੋਂ ਮਿਲੀ। ਸਾਡੇ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਕਿ ਨਾਮ ਜਪਣਾ ਚਾਹੀਦਾ ਹੈ, ਕਿਰਤ ਕਰਨੀ ਚਾਹੀਦੀ ਹੈ, ਵੰਡ ਕੇ ਛਕਣਾ ਚਾਹੀਦਾ ਹੈ। ਭਾਈ ਲਹਿਣਾ ਜੀ ਦੇ ਉਸੇ ਵੇਲੇ ਮਨ ਵਿੱਚ ਗੱਲ ਆ ਗਈ ਕਿ ਜਿਸ ਗੁਰੂ ਕੋਲੋਂ ਇੰਨੀ ਵਧੀਆ ਸਿੱਖਿਆ ਮਿਲਦੀ ਹੈ ਨਾ, ਉਸ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਨੇ। ਭਾਈ ਲਹਿਣਾ ਜੀ ਪੁੱਛਣ ਲੱਗੇ, ਗੁਰੂ ਨਾਨਕ ਸਾਹਿਬ ਜੀ ਕਿੱਥੇ ਰਹਿੰਦੇ ਨੇ? ਭਾਈ ਛੀਆਂ ਜੀ ਨੇ ਦੱਸਿਆ ਕਿ ਉਹ ਕਰਤਾਰਪੁਰ ਦੀ ਧਰਤੀ 'ਤੇ ਰਹਿੰਦੇ ਨੇ। ਭਾਈ ਲਹਿਣਾ ਜੀ ਨੇ ਉਸੇ ਵੇਲੇ ਮਨ ਵਿੱਚ ਇਹ ਗੱਲ ਧਾਰ ਲਈ ਕਿ ਜ਼ਰੂਰ ਉਹਨਾਂ ਦੇ ਦਰਸ਼ਨ ਕਰਾਂਗੇ। ਅੱਗੇ ਸਿੱਖ ਇਤਿਹਾਸ ਵੱਲ ਜੇ ਝਾਤੀ ਮਾਰੀਏ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਸ਼ਹੀਦ ਕੀਤਾ, ਉਸ ਤੋਂ ਪਹਿਲਾਂ ਫਰੁਖਸ਼ੀਰ ਬਾਦਸ਼ਾਹ ਆਪਣੀ ਵਜ਼ੀਰ ਅਮੀਨ ਨੂੰ ਕਹਿੰਦਾ ਮੈਂ ਰੋਜ਼ਾਨਾ ਸੈਂਕੜੇ ਸਿੱਖ ਕਤਲ ਕਰਦਾ, ਤਸੀਹੇ ਦਿੰਦਾ, ਇਹਨਾਂ ਨੂੰ ਮਾਰਦਾ, ਇੱਕ ਵੀ ਸਿੱਖ ਨੇ ਈਨ ਨਹੀਂ ਮੰਨੀ। ਇਹਨਾਂ ਦੀ ਬਹਾਦਰੀ ਦਾ ਰਾਜ ਕੀ ਹੈ? ਅਮੀਨ ਕਹਿਣ ਲੱਗਾ, ਬਾਦਸ਼ਾਹ ਮੈਂ ਦੱਸਦਾ ਇਹਨਾਂ ਦੀ ਬਹਾਦਰੀ ਦਾ ਰਾਜ ਕੀ ਹੈ। ਉਸਨੇ ਇੱਕ 10 ਸਾਲ ਦਾ ਬੱਚਾ ਲੈ ਕੇ
ਇੱਕ 16 ਸਾਲ ਦਾ ਜਿਹਨੇ ਜਵਾਨੀ ਵਿੱਚ ਪੈਰ ਰੱਖਿਆ, ਇੱਕ 30 ਸਾਲ ਦਾ ਭਰ ਜਵਾਨ ਗੱਭਰੂ ਲੈ ਕੇ, ਇੱਕ 60 ਸਾਲ ਦਾ ਬਜ਼ੁਰਗ ਲੈ ਕੇ 4 ਜਾਣਿਆਂ ਨੂੰ ਵੱਖਰੇ ਕੈਦ ਕਰ ਦਿੱਤਾ। 2 ਦਿਨ ਭੁੱਖੇ ਰੱਖਣ ਤੋਂ ਬਾਅਦ ਅਮੀਨ ਫਰੁਖਸ਼ੀਰ ਬਾਦਸ਼ਾਹ ਨੂੰ ਕਹਿਣ ਲੱਗਾ, ਬਾਦਸ਼ਾਹ ਆਹ ਦੱਸਾਂ ਸਿੱਖਾਂ ਦੀ ਬਹਾਦਰੀ ਦਾ ਰਾਜ ਕੀ ਹੈ। ਉਸਨੇ 2 ਪ੍ਰਸ਼ਾਦੇ ਲਏ, ਉਹ 2 ਪ੍ਰਸ਼ਾਦੇ ਬੱਚੇ ਨੂੰ ਫੜਾਏ, ਕਹਿੰਦੇ ਆਹ ਪ੍ਰਸ਼ਾਦਾ ਖਾ ਲਓ। ਉਹ ਬੱਚਾ ਜਿਹੜਾ 10 ਸਾਲ ਦਾ ਸੀ, ਉਹਨੇ ਪ੍ਰਸ਼ਾਦੇ ਫੜੇ, ਉਹ ਕਹਿਣ ਲੱਗਾ ਮੈਂ ਜੀ ਕੇ ਕੀ ਕਰਨਾ, ਮੈਂ ਤੇ ਦੁਸ਼ਮਣ ਨਾਲ ਲੜ ਨਹੀਂ ਸਕਦਾ, ਮੇਰੇ ਕੋਲ ਤਲਵਾਰ ਵੀ ਨਹੀਂ ਅਜੇ ਚੰਗੀ ਤਰ੍ਹਾਂ ਚੁੱਕੀ ਜਾਂਦੀ, ਸ਼ਸਤਰ ਚੰਗੀ ਤਰ੍ਹਾਂ ਨਹੀਂ ਸੰਭਾਲੇ ਜਾਂਦੇ। ਆਪਣੇ ਤੋਂ ਵੱਡੇ ਨੂੰ ਜਿਹਨੇ ਜਵਾਨੀ 'ਚ ਪੈਰ ਰੱਖਿਆ ਸੀ ਕਹਿਣ ਲੱਗਾ, ਆ ਵੀਰ ਤੇਰਾ ਜਿਉਣਾ ਜ਼ਿਆਦਾ ਜ਼ਰੂਰੀ ਹੈ, ਇਹ 2 ਪ੍ਰਸ਼ਾਦੇ ਤੂੰ ਛਕ ਲੈ। ਉਹ 16 ਸਾਲ ਵਾਲਾ ਜਿਹੜਾ ਸੀ ਨਾ, ਉਹ ਕਹਿਣ ਲੱਗਾ ਮੈਨੂੰ ਵੀ ਅਜੇ ਜੰਗੀ ਕਰਤੱਵ ਚੰਗੀ ਤਰ੍ਹਾਂ ਨਹੀਂ ਪੂਰੇ ਆਉਂਦੇ ਜਿੰਨੇ ਮੇਰੇ ਵੱਡੇ ਵੀਰ ਨੂੰ ਆਉਂਦੇ ਨੇ, ਉਹਦਾ ਜਿਉਣਾ ਜ਼ਿਆਦਾ ਜ਼ਰੂਰੀ ਹੈ। ਉਹ ਪਰ ਜਵਾਨ ਗੱਭਰੂ ਨੂੰ ਕਹਿਣ ਲੱਗਾ, ਕਹਿੰਦਾ ਵੀਰ ਤੇਰਾ ਜਿਉਣਾ ਜ਼ਿਆਦਾ ਜ਼ਰੂਰੀ ਹੈ, ਇਹ 2 ਪ੍ਰਸ਼ਾਦੇ ਤੂੰ ਛਕ ਲੈ। ਜਿਹੜਾ ਪਰ ਜਵਾਨ ਗੱਭਰੂ ਸੀ ਨਾ, ਉਹ ਕਹਿੰਦਾ ਮੈਂ ਜਵਾਨ ਹਾਂ, ਮੈਂ ਹੋਰ ਕਈ ਦਿਨ ਭੁੱਖਾ ਰਹਿ ਸਕਦਾ, ਬਜ਼ੁਰਗ ਕੋਲੋਂ ਕੋਈ ਚੀਜ਼ ਸਿੱਖਾਂਗੇ, ਕੋਈ ਚੰਗੀ ਗੱਲ ਸਿੱਖਾਂਗੇ, ਬਜ਼ੁਰਗ ਦਾ ਜਿਉਣਾ ਜ਼ਿਆਦਾ ਜ਼ਰੂਰੀ ਹੈ। ਉਹ 2 ਪ੍ਰਸ਼ਾਦੇ ਬਜ਼ੁਰਗ ਨੂੰ ਫੜਾ ਕੇ ਕਹਿਣ ਲੱਗਾ, ਕਹਿੰਦਾ ਬਾਪੂ ਜੀ ਆਹ 2 ਪ੍ਰਸ਼ਾਦੇ ਤੁਸੀਂ ਛਕ ਲਓ। ਉਹ ਬਜ਼ੁਰਗ ਕਹਿਣ ਲੱਗਾ ਮੈਂ ਤੇ ਖਾ ਲਿਆ, ਹੰਢਾ ਲਿਆ, ਬੱਚਾ ਤੇ ਸਾਡਾ ਭਵਿੱਖ ਹੈ। ਫਿਰ ਉਹ 10 ਸਾਲ ਵਾਲੇ ਬੱਚੇ ਨੂੰ 2 ਪ੍ਰਸ਼ਾਦੇ ਫੜਾ ਕੇ ਕਹਿਣ ਲੱਗਾ, ਬੇਟਾ ਤੇਰਾ ਜਿਉਣਾ ਜ਼ਿਆਦਾ ਜ਼ਰੂਰੀ ਹੈ, ਇਹ 2 ਪ੍ਰਸ਼ਾਦੇ ਤੂੰ ਛਕ ਲੈ। ਅਮੀਨ ਵੀ ਵੇਖ ਰਿਹਾ ਸੀ, ਫਰੁਖਸ਼ੀਰ ਬਾਦਸ਼ਾਹ ਵੀ ਵੇਖ ਰਿਹਾ ਸੀ। ਅਮੀਨ ਕਹਿਣ ਲੱਗਾ, ਬਾਦਸ਼ਾਹ ਇਹਨਾਂ ਦੀ ਬਹਾਦਰੀ ਦਾ ਰਾਜ ਆਇਓ, ਇਹ ਕੇਵਲ ਆਪਣਾ ਭਲਾ ਨਹੀਂ ਮੰਗਦੇ, ਇਹ ਦੂਜੇ ਦਾ ਭਲਾ ਮੰਗਦੇ ਨੇ, ਇਹ ਵੰਡ ਕੇ ਛਕਦੇ ਨੇ। ਸਤਿਗੁਰੂ ਪਾਤਸ਼ਾਹ ਮਾਲਿਕ ਦੇ ਸਿੱਖ ਤੇ ਇੰਨੇ ਮਹਾਨ ਹੋਏ ਨੇ। ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਕਿ ਜਦੋਂ ਇਹ ਲੰਗਰ ਲਾਉਂਦੇ ਸਨ ਨਾ, ਜਦੋਂ ਲੰਗਰ ਤਿਆਰ ਹੋ ਜਾਂਦਾ ਸੀ, ਉੱਚੀ ਆਵਾਜ਼ ਦਿੰਦੇ ਸਨ ਕਿ ਆਓ ਜਿਹਨੂੰ ਭੁੱਖ ਲੱਗੀ ਆ ਉਹ ਪ੍ਰਸ਼ਾਦਾ ਛਕ ਸਕਦਾ ਵਾ। ਤੇ ਦੁਸ਼ਮਣ ਵੀ ਆ ਕੇ ਜੇ ਪ੍ਰਸ਼ਾਦਾ ਛਕਣ ਬੈਠ ਜਾਂਦਾ ਸੀ, ਉਸ ਨੂੰ ਵੀ ਛਕਾ ਦਿੰਦੇ ਸਨ। ਦੇਤ ਆਵਾਜ਼ ਭੁੱਖਾ ਜੇ ਕੋਈ, ਆਓ ਦੇਗ ਤਿਆਰ ਗੁਰ ਹੋਈ, ਦੁਸ਼ਮਣ ਪੀ ਤਬ ਚੱਲ ਕਰ ਆਵੈ, ਉਨਕੋ ਪੀਵੈ ਭੋਜਨ ਖਿਲਾਵੈ। ਉਹਨਾਂ ਨੂੰ ਵੀ ਭੋਜਨ ਇਹ ਛਕਾ ਦਿੰਦੇ ਸਨ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਾਲਿਕ ਦਾ ਜੋ ਸਿਧਾਂਤ ਸੀ, ਜਿਨ੍ਹਾਂ ਨੇ ਇਹ ਪੱਲੇ ਬੱਧਾ, ਜਿਹੜੇ ਇਹ ਕਮਾਈ ਕਰਦੇ ਨੇ ਕਿ ਕਿਰਤ ਕਰੋ ਨਾਮ ਜਪੋ ਵੰਡ ਛਕੋ ਵਾਲੀ ਗੱਲ ਨੂੰ ਜਿਨ੍ਹਾਂ ਨੇ ਪੱਲੇ ਬੱਧਾ ਵਾ, ਉਹਨਾਂ ਵਿੱਚ ਬੜਾ ਸਬਰ ਸੰਤੋਖ ਹੁੰਦਾ ਹੈ। ਉਹ ਵੰਡ ਕੇ ਛਕਦੇ ਨੇ, ਤੇ ਜਿਹੜੇ ਵੰਡ ਕੇ ਛਕਦੇ ਨੇ ਉਹਨਾਂ ਬਾਰੇ ਕਿਹਾ ਜਾਂਦਾ ਵਾ ਕਿ ਜਿਨ੍ਹਾਂ ਨੇ ਵੰਡ ਕੇ ਛਕਿਆ ਨਾ, ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਆਪਾਂ ਵਿਚਾਰ ਕੀਤੀ ਹੈ, ਜੋ ਅਰਦਾਸ ਵਿੱਚ ਸ਼ਬਦ ਆਉਂਦਾ ਵੰਡ ਛਕਿਆ ਭਾਵ ਜਿਨ੍ਹਾਂ ਨੇ ਵੰਡ ਕੇ ਛਕਿਆ, ਉਹਨਾਂ ਬਾਰੇ ਵਿਚਾਰ ਕਰਨੀ ਬੜੀ ਔਖੀ ਹੈ। ਉਹ ਮਹਾਨ ਹੁੰਦੇ ਨੇ ਜਿਹੜੇ ਕਿਰਤ ਕਰਦੇ ਨੇ, ਉਹ ਮਹਾਨ ਹੁੰਦੇ ਨੇ ਜਿਹੜੇ ਨਾਮ ਜਪਦੇ ਨੇ, ਉਹ ਮਹਾਨ ਹੁੰਦੇ ਨੇ ਜਿਹੜੇ ਵੰਡ ਕੇ ਛਕਦੇ ਨੇ। ਜਿਹੜੇ ਵੰਡ ਕੇ ਛਕਦੇ ਆ ਉਹਨਾਂ ਵਿੱਚ ਸਬਰ ਸੰਤੋਖ ਹੁੰਦਾ ਹੈ। ਉਹਨਾਂ ਬਾਰੇ ਵਿਚਾਰ ਕਰਨੀ ਬੜੀ ਔਖੀ ਹੈ। ਮੇਰੇ ਵਰਗਾ ਬੰਦਾ ਵਿਚਾਰ ਨਹੀਂ ਕਰ ਸਕਦਾ, ਫਿਰ ਵੀ ਤੁਸ਼ ਜੀ ਬੁੱਧੀ ਅਨੁਸਾਰ ਯਤਨ ਕੀਤਾ ਵਿਚਾਰ ਕਰਨ ਦਾ। ਅਨੇਕਾਂ ਪ੍ਰਕਾਰ ਦੀਆਂ ਦਾਸ ਕੋਲੋਂ ਗਲਤੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਹੋਈਆਂ ਗਲਤੀਆਂ ਭੁੱਲਾਂ ਦੀ ਮੁਆਫੀ ਦੇ ਕੇ ਪਿਆਰ ਨਾਲ ਫਤਿਹ ਦੀ ਸਾਂਝ ਕਰੋ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।